ਹਰ ਗੁਣ ਗਾਵੇ ਹਉ ਤਿਸ ਬਲਹਾਰੀ। ਹਰ ਗੁਣ ਗਾਵੇ ਹਉ ਤਿਸ ਬਲਹਾਰੀ। ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ। ਜਿਸ ਹਿਰਦੈ ਨਾਮ ਮੁਰਾਰੀ ਰਹਾਉ। ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ। ਹਮ ਕਿਉ ਕਰ ਮਿਲੇ ਜਠਾਰੀ। ਹਮਰੇ ਜੀ ਹੋਰ ਮੁਖ ਹੋਰ ਹੋਤ ਹੈ। ਹਮ ਕਰਮਹੀਨ ਕੁੜਿਆਰੀ। ਹਮਰੀ ਮੁਦਰ ਨਾਮ ਹਰਿ ਸੁਆਮੀ। ਰਿਦ ਅੰਤਰ ਦੁਸ਼ਟ ਦੁਸ਼ਟਾਰੀ। ਜਿਉ ਭਾਵੈ ਤਿਉ ਰਾਖੋ ਸੁਆਮੀ। ਜਨ ਨਾਨਕ ਸ਼ਰਨ ਤੁਮਾਰੀ। ਜਿਉ ਭਾਵੈ ਤਿਉ ਰਾਖੋ ਸੁਆਮੀ। ਜਨ ਨਾਨਕ ਸ਼ਰਨ ਤੁਮਾਰੀ। ਡੰਡੌਤ ਬੰਦਨ ਅਨਕ ਵਾਰ। ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਪਿਆਰੇ ਸਤ ਸੰਗੀ ਜਨੋ, ਵੱਡੇ ਭਾਗ ਨੇ ਆਪਣੇ ਸਾਰਿਆਂ ਦੇ ਕਿ ਆਪਾਂ ਨੂੰ ਗੁਰੂ ਦੀ ਗੋਦ ਵਿੱਚ ਬੈਠ ਕੇ ਅੰਮ੍ਰਿਤ ਵੇਲਾ ਬਤੀਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀ ਉਹਨੇ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਪਾਠ ਸਰਵਣ ਕੀਤੇ ਨੇ। ਅਰਦਾਸ ਬੇਨਤੀ ਹੁਕਮਨਾਮਾ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਬਹੁਤਾ ਜ਼ਿਆਦਾ ਸਮਾਂ ਨਹੀਂ, 10-15 ਮਿੰਟ ਆਪਾਂ ਜਿਹੜਾ ਗੁਰੂ ਦੀ ਗੋਦ ਵਿੱਚ, ਕਿਉਂਕਿ ਸਤਿਗੁਰਾਂ ਦੀ ਬਾਣੀ ਦਾ ਹੁਕਮ ਹੈ ਸਭ ਤੇ ਉੱਤਮ ਗੁਰ ਸ਼ਬਦ ਵਿਚਾਰ। ਬਾਣੀ ਭਾਵੇਂ ਤੂੰ ਜਿੰਨੀ ਮਰਜ਼ੀ ਪੜ੍ਹਦਾ ਹੈ, ਪਰ ਜੇ ਤੇਰੇ ਕੋਲ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਹੈਗੀ ਤੇ ਪਾਤਸ਼ਾਹ ਜੀ ਕਹਿੰਦੇ ਜੇਤਾ ਪੜ੍ਹਿਆ ਤੇਤਾ ਕੜਿਆ। ਪੜ੍ਹ ਪੜ੍ਹ ਗੱਡੀ ਲੱਧੀ ਹੈ। ਜਿੰਨਾ ਚਿਰ ਤੱਕ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਨਹੀਂ, ਉਹਦੇ ਮੁਤਾਬਕ ਸਾਡਾ ਜੀਵਨ ਹੈ ਨਹੀਂ, ਪੜ੍ਹਿਆ ਕਿਸ ਕੰਮ ਹੈ। ਪੜ੍ਹਾਈ ਮੁਤਾਬਕ ਉਹਦੇ ਤੇ ਚੱਲਣਾ ਹੀ ਨਹੀਂ। ਬੰਦੇ ਨੇ B.Ed ਕੀਤੀ ਹੋਵੇ, ਪੜ੍ਹਿਆ ਲਿਖਿਆ ਬਹੁਤ ਹੋਵੇ, ਤੇ ਕਈ ਵਾਰੀ ਆਪਾਂ ਉਹਦੀ ਰਹਿਣੀ ਬਹਿਣੀ ਤੋਂ ਅੰਦਾਜ਼ਾ ਲਾਉਂਦੇ ਹਾਂ ਵੀ ਯਾਰ ਪੜ੍ਹਿਆ ਤੇ ਬੜਾ ਏ, ਪਰ ਪੜ੍ਹਾਈ ਵਾਲੀ ਇਹਦੀ ਰਹਿਣੀ ਬਹਿਣੀ ਨਹੀਂ ਹੈਗੀ। ਪੜ੍ਹਿਆ ਤੇ ਬਹੁਤ ਹੈ, ਪਰ ਇਹਦੀ ਬੋਲੀ ਨਹੀਂ ਪੜ੍ਹਿਆ ਵਾਲੀ। ਪੜ੍ਹਿਆ ਤੇ ਬਹੁਤ ਹੈ, ਪਰ ਇਹਦੀ ਰਹਿਣੀ ਨਹੀਂ ਪੜ੍ਹਿਆਂ ਵਾਲੀ ਹੈਗੀ, ਬਹਿਣੀ ਨਹੀਂ ਪੜ੍ਹਿਆਂ ਵਾਲੀ। ਇਹਨੂੰ ਬੋਲਣਾ ਹੀ ਨਹੀਂ ਆਉਂਦਾ। ਤੇ ਜੇ ਬੰਦਾ ਬੋਲਦਾ ਸੋਹਣਾ ਹੈ, ਰਹਿਣੀ ਬਹਿਣੀ ਚੰਗੀ ਹੈ, ਤੇ ਆਪਾਂ ਕਹਿੰਦੇ ਪੜ੍ਹਿਆ ਲਿਖਿਆ ਬੰਦਾ ਹੈ ਬਈ, ਇਹਨੂੰ ਪਤਾ ਹੈ ਕਿਵੇਂ ਬੋਲਣਾ ਹੈ। ਭਾਵ ਜੇ ਅਸੀਂ ਪੜ੍ਹਿਆ ਹੈ
ਤੇ ਉਹਦੇ ਮੁਤਾਬਕ ਸਾਡਾ ਜੀਵਨ ਵੀ ਹੋਣਾ ਚਾਹੀਦਾ। ਜੇ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਉਹਦੇ ਮੁਤਾਬਕ ਸਾਡਾ ਜੀਵਨ ਵੀ ਹੋਵੇ। ਅੱਜ ਦਾ ਜੋ ਪਾਵਨ ਸ਼ਬਦ ਹੈ, ਤੁਸੀਂ ਭਾਗਾਂ ਵਾਲੇ ਹੋ, ਆਪਾਂ ਸਾਰੇ ਹੀ ਵਡਭਾਗੇ ਹਾਂ ਜਿਨ੍ਹਾਂ ਨੂੰ ਬਾਣੀ ਸਮਝਣ ਦਾ ਜਿਹੜਾ ਸੁਭਾਗ ਸਮਾਂ ਪ੍ਰਾਪਤ ਹੋਇਆ। ਇਹ ਵੱਡਿਆਂ ਭਾਗਾਂ ਤੋਂ ਬਗੈਰ ਇਹ ਸਮਾਂ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਪਾਤਸ਼ਾਹ ਜੀ ਬਾਣੀ ਅੰਦਰ ਬੜਾ ਪਿਆਰਾ ਜ਼ਿਕਰ ਕਰਦੇ ਨੇ, ਕਹਿੰਦੇ ਵਿਣ ਭਾਗਾਂ ਸਤ ਸੰਗ ਨਾ ਲੱਭੇ, ਵਿਣ ਸੰਗਤ ਮੈਲ ਭਰੀਜੇ ਜੀਓ। ਭਾਗਾਂ ਤੋਂ ਬਗੈਰ ਗੁਰੂ ਦੀ ਸੰਗਤ ਨਹੀਂ ਪ੍ਰਾਪਤ ਹੁੰਦੀ। ਜੇ ਸਾਡੇ ਭਾਗ ਚੰਗੇ ਨੇ ਤਾਂ ਸਾਨੂੰ ਗੁਰੂ ਦੀ ਸੰਗਤ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਭਾਗਾਂ ਵਾਲਿਓ, ਤਵੱਜੋ ਦੇ ਕੇ ਗੁਰੂ ਦੀ ਗੋਦ ਵਿੱਚ ਬੈਠਣ ਦਾ ਯਤਨ ਕਰਿਓ। ਜੇ ਗੁਰੂ ਦੇ ਸ਼ਬਦ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਮੈਂ ਕਈ ਵਾਰੀ ਇਹ ਬੇਨਤੀ ਜ਼ਰੂਰ ਕਰਦਾ ਹੁੰਨਾ, ਜਿੱਥੋਂ ਨਾ ਸਮਝ ਲੱਗੇ ਪੁੱਛ ਲਿਓ ਜੇ, ਕਿਉਂਕਿ ਆਪਾਂ ਇੱਕ ਪਰਿਵਾਰਕ ਫੈਮਿਲੀ ਹੈ। ਪਰ ਜਿੰਨੀ ਕੁ ਬਾਣੀ ਪੜ੍ਹੀ ਜਾ ਰਹੀ ਹੈ ਉਹਦੀ ਸਮਝ ਜ਼ਰੂਰ ਲੱਗਣੀ ਚਾਹੀਦੀ ਹੈ। ਜੇਕਰ ਬਾਣੀ ਦੀ ਸਮਝ ਨਹੀਂ ਲੱਗ ਰਹੀ, ਗੁਰੂ ਸਾਹਿਬ ਜੀ ਬਾਬਾ ਨਾਨਕ ਸਾਨੂੰ ਕਹਿ ਕੀ ਰਹੇ ਨੇ, ਤੇ ਪੜ੍ਹੇ ਦਾ ਕੋਈ ਫਾਇਦਾ ਨਹੀਂ। ਇੱਥੇ ਲੌਸਮੈਂਟ ਹੁੰਦੀ ਹੋਵੇ, ਨਾ ਸਮਝ ਲੱਗੇ ਤੇ ਉਸੇ ਵੇਲੇ ਲੋਕ ਕਹਿਣਾ ਸ਼ੁਰੂ ਕਰ ਦਿੰਦੇ ਨੇ, ਭਾਈ ਲੌਸਮੈਂਟ ਕੀਤੀ ਸੀ, ਸਮਝ ਨਹੀਂ ਲੱਗੀ, ਪਤਾ ਹੀ ਨਹੀਂ ਚੱਲਿਆ ਕੀ ਲੌਸਮੈਂਟ ਹੋਈ ਹੈ, ਕੁਝ ਨਹੀਂ ਪੱਲੇ ਪਿਆ। ਤੇ ਜੇ ਕਥਾ ਵਿਚਾਰ ਹੁੰਦੀ ਹੋਵੇ ਤਾਂ ਪਹਿਲੀ ਗੱਲ, ਸਾਡਾ ਮਾਫ ਕਰਨਾ ਜੇ ਸਾਡਾ ਧਿਆਨ ਨਹੀਂ ਹੁੰਦਾ ਵਿੱਚ, ਸਮਝ ਲੱਗੇ ਨਾ ਲੱਗੇ, ਬਸ ਅਸੀਂ ਤੇ ਟਾਈਮ ਪਾਸ ਕਰਨਾ, ਬਹਿ ਗਏ 10 ਮਿੰਟ ਅੱਧਾ ਘੰਟਾ, ਪ੍ਰਸ਼ਾਦ ਲਿਆ ਤੇ ਘਰ ਨੂੰ ਚਲੇ ਗਏ। ਸਮਝ ਲੱਗੀ ਜਾਂ ਨਾ ਲੱਗੀ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਜਿੰਨਾ ਕੁ ਸਮਾਂ ਆਪਾਂ ਗੁਰੂ ਦੀ ਗੋਦ ਵਿੱਚ ਬਹਿਣਾ, ਇਹ ਸਮਾਂ ਕੱਢਿਆ ਹੀ ਹੈ। ਕੋਸ਼ਿਸ਼ ਕਰੀਏ ਧਿਆਨ ਦੇ ਨਾਲ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਜਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਹੈ, ਜਿਹਦੀ ਵਿਚਾਰ ਹੋ ਰਹੀ ਹੈ, ਉਹਦੀ ਸਮਝ ਲੱਗ ਜਾਵੇ। ਤੇ ਜੇ ਨਾ ਸਮਝ ਲੱਗੇ ਤੇ ਇੱਕ ਗੱਲ ਵੱਲ ਹੋਰ ਧਿਆਨ ਦਿਓ, ਜੇ ਜਾਂਦੇ ਜਾਂਦੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਜ਼ਰੂਰ ਕਰਕੇ ਜਾਇਓ ਜੇ ਕਿ ਸੱਚੇ ਪਾਤਸ਼ਾਹ ਮੇਰੀ ਸੁਰਤ ਤੇਰੇ ਅਧੀਨ ਹੋ ਜਾਵੇ, ਮੇਰਾ ਜਿਹੜਾ ਤਨ ਮਨ ਹੈ ਨਾ ਤੇਰੇ ਅਧੀਨ ਹੋ ਜਾਵੇ, ਤੇਰੇ ਕਹੇ ਹੋਏ ਬੋਲ ਮੇਰੀ ਸਮਝ ਨਹੀਂ ਪੈਂਦੇ, ਸੱਚੇ ਪਾਤਸ਼ਾਹ ਮੇਰੇ ਤੇ ਰਹਿਮਤ ਕਰ ਦਿਓ, ਮੇਰੇ ਤੇ ਕਿਰਪਾ ਕਰ ਦਿਓ ਜੇ, ਕਿਉਂਕਿ ਬੋਲ ਗੁਰੂ ਦੇ ਨੇ, ਇਹ ਸ਼ਬਦ ਗੁਰੂ ਦਾ ਹੈ। ਅਰਦਾਸ ਕਰਿਓ ਜੇ ਮਾਲਕ ਦੇ ਚਰਨਾਂ ਵਿੱਚ ਮੇਰਾ ਧਿਆਨ ਟਿਕ ਜਾਵੇ, ਮੇਰੀ ਸੁਰਤ ਟਿਕ ਜਾਵੇ, ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਗਿਆਨ ਦਾ ਖਜ਼ਾਨਾ ਹੈ ਨਾ ਮੇਰੀ ਝੋਲੀ ਵਿੱਚ ਵੀ ਪੈ ਜਾਵੇ, ਮੇਰੇ ਪੱਲੇ ਵੀ ਪੈ ਜਾਵੇ। ਮੇਰੇ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਕੀ ਫਰਮਾਨ ਕਰਦੇ ਨੇ, ਕਹਿੰਦੇ ਹਰ ਗੁਣ ਗਾਵੇ ਹਾਂ ਤਿਸ ਬਲਿਹਾਰੀ, ਮੈਂ ਉਸ ਗੁਰੂ ਸਾਧ ਤੋਂ ਕੁਰਬਾਨ ਜਾਂਦਾ ਹਾਂ ਜਿਹੜਾ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ। ਹਰ ਵੇਲੇ ਜਿਹੜਾ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਨਾ, ਮੈਂ ਉਹਦੇ ਤੋਂ ਬਲਿਹਾਰੇ ਜਾਂਦਾ ਹਾਂ, ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ। ਦੁਬਾਰਾ ਸੁਣਿਓ ਜੇ, ਹਰ ਗੁਣ ਗਾਵੇ ਹਾਂ ਤਿਸ ਬਲਿਹਾਰੀ। ਹਾਂ ਦਾ ਭਾਵ ਅਰਥ ਹੁੰਦਾ ਮੈਂ ਉਹਦੇ ਤੋਂ ਬਲਿਹਾਰ ਜਾਵਾਂ ਜਿਹੜਾ ਪਰਮੇਸ਼ਰ ਦੇ ਗੁਣਾਂ ਨੂੰ ਗਾ ਰਿਹਾ ਹੈ, ਮੈਂ ਸਦਕੇ ਜਾਵਾਂ ਜਿਹੜੇ ਉਹਦੇ ਗੁਣਾਂ ਨੂੰ ਗਾਇਆ ਜਾ ਰਿਹਾ ਹੈ। ਵੇਖੋ ਜਿਹੜਾ ਉਹਦੇ ਗੁਣਾਂ ਨੂੰ ਗਾਵੇ, ਪਾਤਸ਼ਾਹ ਜੀ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਵਾਂ, ਉਹਦੇ ਤੋਂ ਕੁਰਬਾਨ ਹੋ ਜਾਵਾਂ, ਮੈਂ ਆਪਣਾ ਆਪ ਹੀ ਵਾਰ ਦਿਆਂ ਉਹਦੇ ਤੋਂ ਜਿਹੜਾ ਗੁਰੂ ਦੇ ਗੁਣਾਂ ਨੂੰ ਗਾਉਂਦਾ ਏ। ਧਿਆਨ ਦੇਣਾ ਜੀ, ਦੇਖ ਦੇਖ ਜੀਵਾਂ ਸਾਧ ਗੁਰ ਦਰਸ਼ਨ, ਉਹਦੇ ਗੁਣਾਂ ਨੂੰ ਗਾਉਣ ਵਾਲਿਆਂ ਦੇ
ਦਰਸ਼ਨ ਕਰਕੇ ਮੈਂ ਜਿਉਂਦਾ ਹਾਂ। ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ, ਜਿਸ ਹਿਰਦੇ ਨਾਮ ਮੁਰਾਰੀ। ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੈ। ਮੁਰਾਰੀ ਦਾ ਭਾਵ ਅਰਥ ਹੈ ਪਰਮੇਸ਼ਰ, ਅਕਾਲ ਪੁਰਖ ਵਾਹਿਗੁਰੂ। ਜਿਹਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸਿਆ ਹੋਵੇ, ਪਰਮੇਸ਼ਰ ਦਾ, ਮੈਂ ਉਹਦੇ ਦਰਸ਼ਨ ਕਰਕੇ ਮੈਂ ਜਿਉਂਦਾ ਹਾਂ, ਮੇਰਾ ਆਤਮਿਕ ਜੀਵਨ ਬਣਦਾ ਹੈ। ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ, ਹਮ ਕਿਉਂ ਕਰ ਮਿਲੇ ਜੁਠਾਰੀ। ਸੱਚੇ ਪਾਤਸ਼ਾਹ ਤੂੰ ਤੇ ਪਾਵਨ ਪਵਿੱਤਰ ਹੈ ਤੇ ਮੈਂ ਜੂਠਾ, ਜੁਠਾਰੀ ਭਾਵ ਮੈਂ ਜੂਠਾ ਰੂਠਾ। ਸੱਚੇ ਪਾਤਸ਼ਾਹ ਤੂੰ ਪਾਵਨ ਪਵਿੱਤਰ ਹੈ ਤੇ ਮੈਂ ਮਲੀਨ ਹਾਂ, ਭਾਵ ਮੈਂ ਪਲੀਤ ਹਾਂ। ਤੂੰ ਪਾਵਨ ਪਵਿੱਤਰ ਹੈ। ਧਿਆਨ ਦੇਣਾ, ਜੇ ਕੋਈ ਬੰਦੇ ਨੇ ਸੋਹਣੇ ਕੱਪੜੇ ਪਾਏ ਹੋਣ ਨਾ, ਸਾਫ ਸੁਥਰਾ ਬੰਦਾ ਹੋਵੇ, ਤੇ ਦੂਜਾ ਬੰਦਾ ਲਿਬੜਿਆ ਤਿਬੜਿਆ ਹੋਵੇ, ਉਹ ਬੰਦਾ ਕਹਿੰਦਾ ਥੋੜ੍ਹਾ ਜਿਹਾ ਪਰੇ ਹੋ ਕੇ ਰਵੀ, ਮੇਰੇ ਲਾਗੇ ਨਾ ਆ ਜਾਵੀਂ, ਮੈਨੂੰ ਨਾ ਲਬੇੜ ਦੇਵੀਂ। ਆਮ ਹੀ ਆਪਾਂ ਇਹ ਦੇਖਦੇ ਹਾਂ ਸਮਾਜ ਅੰਦਰ। ਇੱਕ ਬੰਦੇ ਨੇ ਸੋਹਣੇ ਕੱਪੜੇ ਪਾਏ ਹੈ, ਨਹਾਤਾ ਧੋਤਾ ਹੈ, ਲਿਬੜੇ ਹੋਏ ਬੰਦੇ ਨੂੰ ਕਹਿੰਦਾ ਪਰੇ ਹੋ ਕੇ ਰਵੀ ਯਾਰ, ਤੇਰੇ ਕੱਪੜੇ ਲਿਬੜੇ ਆ, ਮੇਰੇ ਲਾਗੇ ਨਾ ਆ ਜਾਵੀਂ। ਇੱਦਾਂ ਹੀ ਹੈ। ਇੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਲਿਬੜੇ ਹੋਏ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਵਿੱਚ ਲਿਬੜੇ ਹੋਏ ਹਾਂ। ਅਸੀਂ ਅਨੇਕਾਂ ਤਰ੍ਹਾਂ ਦੇ ਗੰਦਗੀ ਸਾਨੂੰ ਚੰਬੜੀ ਹੋਈ ਹੈ, ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੇ ਸਾਨੂੰ ਆਉਂਦਿਆਂ ਹੀ ਆਪਣੇ ਗਲ ਨਾਲ ਲਾ ਲੈਂਦੇ ਨੇ ਤੇ ਸਾਨੂੰ ਸਾਫ਼ ਕਰਨ ਦਾ ਯਤਨ ਕਰਦੇ ਨੇ। ਧਿਆਨ ਦੇਣਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਸ਼ਬਦ ਵਰਤਦੇ ਬਾਣੀ ਅੰਦਰੋਂ ਪੜ੍ਹਦੇ ਆ ਨਾ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ। ਜੇ ਸਾਡਾ ਕੋਈ ਅਸਲੀ ਮਾਂ ਪਿਓ ਕੌਣ ਹੈ? ਧੰਨ ਸ੍ਰੀ ਗੁਰੂ, ਬੋਲੋ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਸਾਡਾ ਮਾਂ ਪਿਓ ਹੈ, ਸਾਡੀ ਮਾਂ ਹੈ, ਸਾਡਾ ਪਿਤਾ ਹੈ। ਤੇ ਮਾਂ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਵੀ ਉਹਦਾ ਬੱਚਾ ਜਿੰਨਾ ਮਰਜ਼ੀ ਲਿਬੜਿਆ ਹੋਵੇ ਤੇ ਮਾਂ ਆਪਣੇ ਬੱਚੇ ਨੂੰ ਸਵਾਰਨ ਦੀ ਸਮਰੱਥਾ ਰੱਖਦੀ ਹੈ। ਧਿਆਨ ਦੇਣਾ ਜੀ, ਮਾਂ ਆਪਣੇ ਬੱਚੇ ਨੂੰ ਸਵਾਰਨ ਦੀ ਸਮਰੱਥਾ ਰੱਖਦੀ ਹੈ, ਜਿੰਨਾ ਮਰਜ਼ੀ ਲਿਬੜਿਆ ਹੋਵੇ। ਬਾਹਰੋਂ ਗਲੀਆਂ ਦੇ ਵਿੱਚੋਂ ਲਿਬੜਿਆ ਤਿਬੜਿਆ ਬੱਚਾ ਆਉਂਦਾ ਹੈ, ਮਾਂ ਨੂੰ ਕਹਿੰਦੀ ਹੈ ਪੁੱਤ ਤੂੰ ਲਿਬੜ ਕੇ ਆ ਗਿਆ, ਆ ਮੈਂ ਤੈਨੂੰ ਨਵਾ ਦੇਵਾਂ। ਮਾਂ ਦੇ ਵਿੱਚ ਸਮਰੱਥਾ ਹੈ। ਮਾਂ ਆਪਣੇ ਬੱਚੇ ਨੂੰ ਨਵਾਉਂਦੀ ਹੈ, ਸੋਹਣੇ ਕੱਪੜੇ ਪਾ ਦਿੰਦੀ ਹੈ। ਦੇਖਣ ਵਾਲਾ ਵੀ ਕਹਿੰਦਾ ਵੀ ਬੜੇ ਸੋਹਣੇ ਕੱਪੜੇ ਪਾਈ ਵੀ, ਉਹ ਨਹਾਤਾ ਧੋਤਾ ਤੂੰ। ਬੱਚਾ ਲਿਬੜਿਆ ਹੋਇਆ ਏ, ਮਾਂ ਨੇ ਆਪਣੇ ਬੱਚੇ ਨੂੰ ਸਵਾਰ ਦਿੱਤਾ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਅਸੀਂ ਜਿੰਨੇ ਮਰਜ਼ੀ ਲਿਬੜੇ ਹੋਈਏ, ਸਾਨੂੰ ਬਾਹੋਂ ਫੜ ਕੇ ਸਵਾਰਦੇ ਨੇ ਵੀ ਤੇਰੇ ਅੰਦਰ ਮੈਲ ਕਿੰਨੀ ਕੁ। ਆਪਾਂ ਪਹਿਲੇ ਦਿਨ ਬੇਨਤੀ ਕੀਤੀ ਸੀ, ਤੂੰ ਕਿੰਨਾ ਲਿਬੜਿਆ ਹੋਇਆ ਹੈ ਪੁੱਤਰ, ਤੇਰੇ ਅੰਦਰ ਕਿੰਨੀ ਮੈਲ ਚੰਬੜੀ ਹੋਈ ਹੈ, ਆ ਮੈਂ ਤੈਨੂੰ ਸਵਾਰ ਦੇਵਾਂ। ਤੇ ਜੇ ਬੱਚਾ ਸਮਝਦਾ ਨਹੀਂ ਇਸ ਗੱਲ ਨੂੰ, ਧਿਆਨ ਦੇਣਾ, ਜੇ ਦੋਨੇ ਪੱਖ ਨੇ, ਜੇ ਬੱਚਾ ਸਮਝਦਾ ਹੀ ਨਹੀਂ ਇਸ ਗੱਲ ਨੂੰ, ਮਾਂ ਨੇ ਨਵਾਇਆ ਏ, ਉਹਨੇ ਗਲੀ ਵਿੱਚ ਜਾ ਕੇ ਫਿਰ ਮਿੱਟੀ ਆਪਣੇ ਸਿਰ ਵਿੱਚ ਪਾ ਲਈ ਹੈ, ਮਾਂ ਨੂੰ ਬਾਹੋਂ ਫੜ ਕੇ ਨਵਾਉਣ ਦਾ ਯਤਨ ਕਰਦੀ ਹੈ, ਉਹ ਬਾਂਹ ਛਡਾ ਕੇ ਭੱਜ ਜਾਂਦਾ, ਫਿਰ ਰੂੜੀਆਂ ਤੇ ਜਾ ਚੜ੍ਹਦਾ ਏ। ਉੱਥੇ ਆਪਾਂ ਕਹਿ ਸਕਦੇ ਹਾਂ ਮਾਂ ਦਾ ਕਸੂਰ ਨਹੀਂ ਹੈ, ਬੱਚਾ ਹੀ ਲਿਬੜਨਾ ਚਾਹੁੰਦਾ ਹੈ, ਬੱਚਾ ਹੀ ਨਹੀਂ ਸਾਫ਼ ਹੋਣਾ ਚਾਹੁੰਦਾ, ਬੱਚਾ ਹੀ ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹੁੰਦਾ। ਮਾਂ ਦਾ ਕਸੂਰ ਨਹੀਂ ਹੈ, ਮਾਂ ਸਾਨੂੰ ਸਵਾਰਦੀ ਹੈ, ਬੱਚਾ ਹੀ ਨਹੀਂ ਆਪਣੇ ਆਪ ਨੂੰ ਸਵਾਰਨਾ ਚਾਹੁੰਦਾ। ਮੇਰੇ ਪਾਤਸ਼ਾਹ ਨੇ ਬਾਣੀ ਅੰਦਰ ਬੜਾ ਪਿਆਰਾ ਸ਼ਬਦ ਵਰਤਿਆ, ਕਹਿੰਦੇ ਸਿੱਖਾ, ਜੇ ਤੂੰ ਹੀ ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹੁੰਦਾ, ਉੱਥੇ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਸਾਚਾ ਕਿਆ ਕਰੇ, ਜਿਉਂ ਸਿੱਖਾਂ ਮੈਂ ਚੂਕ। ਚੂਕ ਦਾ ਭਾਵ ਅਰਥ ਹੁੰਦਾ ਜੇ ਘਾਟ, ਜੇ ਸਾਡੇ ਵਿੱਚ ਹੀ ਘਾਟਾਂ ਨੇ, ਅਸੀਂ ਆਪਣੀਆਂ ਘਾਟਾਂ ਪੂਰੀਆਂ ਨਹੀਂ ਕਰਨੀਆਂ ਚਾਹੁੰਦੇ, ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹੁੰਦੇ, ਉੱਥੇ ਫਿਰ ਸਮਰੱਥ ਗੁਰੂ ਵੀ ਕੀ ਕਰ ਸਕਦਾ? ਫਿਰ
ਅਸੀਂ ਆਪਣੇ ਆਪ ਨੂੰ ਸਮਝਾਉਣਾ ਨਹੀਂ ਚਾਹੁੰਦੇ, ਅਸੀਂ ਆਪਣੇ ਆਪ ਨੂੰ ਸਮਝਣਾ ਨਹੀਂ ਚਾਹੁੰਦੇ। ਅਸੀਂ ਫਿਰ ਗੁਰੂ ਵੀ ਕੀ ਕਰੇ? ਹੁਣ ਧੀਰ ਮੱਲੀਏ ਗੁਰੂ ਦੇ ਪਰਿਵਾਰ ਵਿੱਚੋਂ ਸੀ, ਨਹੀਂ ਸਮਝੇ, ਸਾਰੀ ਜ਼ਿੰਦਗੀ ਲੰਘ ਗਈ। ਪ੍ਰਿਥਵੀ ਚੰਦ ਦਾ ਜੀਵਨ ਤੁਸੀਂ ਪੜ੍ਹਿਆ ਹੋਵੇ, ਤੁਸੀਂ ਸੁਣਿਆ ਹੋਵੇ, ਤੁਸੀਂ ਵਿਚਾਰਿਆ ਹੋਵੇ। ਪ੍ਰਿਥਵੀ ਚੰਦ ਗੁਰੂ ਸਾਹਿਬ ਦਾ ਪੁੱਤਰ ਵੀ ਹੈ, ਗੁਰੂ ਸਾਹਿਬ ਦਾ ਭਰਾ ਵੀ ਹੈ, ਪਰਿਵਾਰਕ ਫੈਮਿਲੀ ਵਿੱਚੋਂ ਹੈ। ਸਾਰੀ ਜ਼ਿੰਦਗੀ ਲੰਘ ਗਈ, ਪ੍ਰਿਥਵੀ ਚੰਦ ਹੀ ਰਹਿ ਗਿਆ। ਗੁਰੂ ਦਾ ਸਿੱਖ ਨਹੀਂ ਬਣ ਪਾਇਆ। ਕਿਤੇ ਦੇਖਿਓ ਅਸੀਂ ਉਸ ਖਾਨਦਾਨ ਵਿੱਚੋਂ ਤਾਂ ਨਹੀਂ, ਕਿਤੇ ਸਾਡੇ ਅੰਦਰ ਕਿਤੇ ਪ੍ਰਿਥਵੀ ਚੰਦ ਦਾ ਖੂਨ ਤਾਂ ਨਹੀਂ ਹੈ। ਜੇਕਰ ਅਸੀਂ ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹੁੰਦੇ, ਬਾਣੀ ਨਹੀਂ ਸਮਝਣਾ ਚਾਹੁੰਦੇ, ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰਨਾ ਚਾਹੁੰਦੇ, ਤੇ ਫਿਰ ਅਸੀਂ ਜਾਂ ਤੇ ਧੀਰ ਮੱਲੀਆਂ ਦੇ ਵਿੱਚੋਂ ਆ ਤੇ ਜਾਂ ਪ੍ਰਿਥਵੀ ਚੰਦ ਵਿੱਚੋਂ ਆ। ਭਾਵੇਂ ਕਿ ਰਹਿਤ ਮਰਿਆਦਾ ਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਹੋਇਆ ਵੀ ਇਹਨਾਂ ਦੇ ਨਾਲ ਮੇਲ ਮਿਲਾਪ ਨਹੀਂ ਕਰਨਾ। ਕੁੜੀ ਮਾਰ, ਨੜੀ ਮਾਰ, ਧੀਰ ਮੱਲੀਏ, ਇਹਨਾਂ ਦੇ ਨਾਲ ਸਿੱਖਾ ਤੇਰਾ ਮੇਲ ਨਹੀਂ ਹੋਣਾ ਚਾਹੀਦਾ, ਕਿਸੇ ਤਰ੍ਹਾਂ ਦਾ ਰਿਸ਼ਤਾ ਨਹੀਂ ਹੋਣਾ ਚਾਹੀਦਾ। ਲਿਖਿਆ ਹੋਇਆ ਇੱਦਾਂ ਸਾਡਾ ਜਿਹੜਾ ਕਾਨੂੰਨ ਹੈ ਉਹਦੇ ਵਿੱਚ। ਹੁਣ ਮੇਰੇ ਪਾਤਸ਼ਾਹ ਜੀ ਕੀ ਕਹਿੰਦੇ ਨੇ? ਕਹਿੰਦੇ ਤੁਸੀਂ ਪਵਿੱਤਰ ਹੋ, ਤੁਸੀਂ ਪਾਵਨ ਹੋ, ਮੈਂ ਮਲੀਨ ਹਾਂ। ਇੱਕ ਗੱਲ ਵੱਲ ਹੋਰ ਧਿਆਨ ਦਿਓ ਜੀ, ਕੋਈ ਵੀ ਬੰਦਾ ਆਪਣੇ ਆਪ ਨੂੰ ਮਲੀਨ, ਆਪਣੇ ਆਪ ਨੂੰ ਅਪਵਿੱਤਰ ਗਿਣਨ ਵਾਸਤੇ ਤਿਆਰ ਨਹੀਂ, ਜਿੰਨਾ ਮਰਜ਼ੀ ਅਪਵਿੱਤਰ ਹੋਵੇ। ਅਸੀਂ ਇਸ਼ਨਾਨ ਕਿਉਂ ਕਰਦੇ ਹਾਂ ਭਲਾ? ਇਸ਼ਨਾਨ ਕਿਉਂ ਕਰਦੇ ਹਾਂ? ਸਾਨੂੰ ਪਤਾ ਹੈ ਵੀ ਮੈਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮੇਰੇ ਤੇ ਖੇ ਮਿੱਟੀ ਪਈ ਹੈ। ਮੈਂ ਬਾਜ਼ਾਰ ਗਿਆ ਸੀ, ਮੈਂ ਸ਼ਹਿਰ ਗਿਆ ਸੀ, ਗਲੀਆਂ ਵਿੱਚ ਦੀ ਲੰਘਿਆ, ਮੇਰੇ ਤੇ ਘੱਟਾ ਮਿੱਟੀ ਪੈ ਗਿਆ, ਮੇਰਾ ਸਰੀਰ ਲਿਬੜ ਚੁੱਕਿਆ ਹੈ। ਹੁਣ ਮੈਂ ਕੀ ਕਰਨਾ ਜੀ? ਇਸ਼ਨਾਨ ਕਰ ਲਵਾਂ। ਲਿਬੜਿਆ ਹੋਇਆ ਸਰੀਰ ਹੈ ਤਾਂ ਇਸ਼ਨਾਨ ਕਰਦੇ ਹਾਂ ਨਾ। ਅਸੀਂ ਕਿਤੇ ਗੁਰੂ ਦੀ ਗੋਦ ਵਿੱਚ ਆਣ ਕੇ ਵੀ ਇਸ ਗੱਲ ਨੂੰ ਸਮਝ ਲਈਏ ਵੀ ਮੈਂ ਲਿਬੜਿਆ ਹੋਇਆ, ਮੈਂ ਅਪਵਿੱਤਰ ਹਾਂ, ਮੈਂ ਗੁਰਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਵਾਰ ਲਵਾਂ, ਆਪਣੇ ਤਨ ਮਨ ਨੂੰ ਸਵਾਰ ਲਵਾਂ। ਮੇਰੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਹਮਰੈ ਜੀ ਹੋਰ ਮੁਖ ਹੋਰ ਹੈ, ਹਮ ਕਰਮਹੀਨ ਕੁੜਿਆਰੀ। ਧਿਆਨ ਦੇਣਾ ਜੇ, ਕਹਿੰਦੇ ਮੇਰੇ ਜੀ ਅੰਦਰ ਕੁਝ ਹੋਰ ਹੈ ਤੇ ਮੂੰਹ ਤੇ ਕੁਝ ਹੋਰ ਹੈ। ਤੁਹਾਨੂੰ ਦੁਨੀਆ ਤੇ ਐਸੇ ਮਨੁੱਖ ਬੰਦੇ ਬਹੁਤ ਮਿਲ ਜਾਣਗੇ ਜਿਹੜੇ ਅੰਦਰ ਕੁਝ ਹੋਰ ਲਈ ਫਿਰਦੇ ਨੇ ਤੇ ਮੂੰਹ ਤੇ ਕੁਝ ਹੋਰ ਹੈ। ਧਿਆਨ ਦੇਣਾ ਜੀ, ਦੁਨੀਆ ਤੇ ਐਸੇ ਬੰਦੇ ਬਹੁਤ ਮਿਲ ਜਾਣਗੇ ਜਿਨ੍ਹਾਂ ਦੇ ਮੂੰਹ ਤੇ ਕੁਝ ਹੋਰ ਹੈ ਪਰ ਅੰਦਰ ਕੁਝ ਹੋਰ ਹੈ। ਮੇਰੇ ਪਾਤਸ਼ਾਹ ਨੇ ਉਹਨਾਂ ਪ੍ਰਤੀ ਸ਼ਬਦ ਵਰਤਿਆ ਹੈ, ਹਮਰੇ ਜੀ ਹੋਰ ਮੁਖ ਹੋਰ ਹੈ ਉਤ ਹੈ, ਹਮ ਕਰਮਹੀਨ ਕੁੜਿਆਰੀ। ਕੁੜਿਆਰੀ ਦਾ ਭਾਵ ਅਰਥ ਕੀ ਹੁੰਦਾ ਜੀ? ਕੂੜ ਦੇ ਵਣਜਾਰੇ, ਝੂਠ ਦੇ ਵਣਜਾਰੇ। ਬਹੁਤ ਨੇ ਦੁਨੀਆ ਅੰਦਰ ਜਿਹੜੇ ਝੂਠ ਦੇ ਵਣਜਾਰੇ ਨੇ, ਕੂੜ ਦੇ ਵਣਜਾਰੇ ਨੇ। ਉਹਨਾਂ ਦੀ ਜ਼ੁਬਾਨ ਤੇ ਕੁਝ ਹੋਰ ਹੈ ਪਰ ਅੰਦਰ ਕੁਝ ਹੋਰ ਚੱਕੀ ਫਿਰਦੇ। ਜ਼ੁਬਾਨ ਤੋਂ ਤੁਹਾਡੇ ਨਾਲ ਮਿੱਠੇ ਵੀ ਹੋਣਗੇ, ਤੁਹਾਡੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਵੀ ਕਰਨਗੇ, ਪਿਆਰ ਵਾਲੀਆਂ ਗੱਲਾਂ ਵੀ ਕਰਨਗੇ, ਪਰ ਅੰਦਰ ਮੈਲ ਭਰੀ ਪਈ ਹੈ, ਅੰਦਰ ਈਰਖਾ ਭਰੀ ਪਈ ਹੈ, ਅੰਦਰ ਦਵੈਤ ਭਾਵਨਾ ਭਰੀ ਪਈ ਹੈ। ਔਰ ਦੁਨੀਆ ਤੇ ਐਸੇ ਮਨੁੱਖ ਬਹੁਤ ਨੇ, ਇੱਥੇ ਆਣ ਕੇ ਬੈਠ ਵੀ ਜਾਣਗੇ ਪਰ ਵਣਜਾਰੇ ਕਾਹਦੇ ਨੇ? ਝੂਠ ਦੇ ਵਣਜਾਰੇ ਨੇ। ਵੱਲ ਛਲ ਕਰ ਝੱਤ ਕੱਢ ਦੇ, ਕੁੜਿਆਰ ਜਾਏ ਰਲੇ ਕੁੜਿਆਰੀ ਪਾਸ। ਗੁਰੂ ਸਾਹਿਬ ਦਾ ਸ਼ਬਦ ਹੈ, ਕਹਿੰਦੇ ਆ ਤੇ ਜਾਣਗੇ ਪਰ ਵੱਲ ਛਲ ਜਾ ਕਰਕੇ ਸਮਾਂ ਕੱਢਣਗੇ 10-15 ਮਿੰਟ। ਝੂਠੇ ਮਨੁੱਖ ਜਾ ਕੇ ਰਲ ਕੇ ਫਿਰ ਝੂਠਿਆਂ ਵਿੱਚ ਜਾ ਕੇ ਬਹਿ ਜਾਂਦੇ ਨੇ। ਕਿਤੇ ਕਿਸੇ ਦੀਆਂ ਚੁਗਲੀਆਂ ਕਰਨੀਆਂ ਹੋਣ, ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਚੁਗਲੀਆਂ ਕਰਨੀਆਂ ਹੋਣ ਕਿਸੇ ਦੀਆਂ, ਪਤਾ ਨਹੀਂ ਚੱਲਦਾ ਕਦੋਂ 20-25 ਅੱਧਾ ਘੰਟਾ ਸਮਾਂ ਲੰਘ ਗਿਆ। ਕਿਤੇ ਗਾਣੇ ਲੱਗੇ ਹੋਣ, ਗੀਤ ਲੱਗੇ ਹੋਣ, ਖਾੜਾ ਚੱਲਦਾ ਹੋਵੇ ਕਿਤੇ ਕਿਸੇ ਕਲਾਕਾਰ ਦਾ, ਫਿਰ ਜਾਂਦਿਆਂ ਜਾਂਦਿਆਂ ਵੀ ਕਹਿੰਦੇ ਨੇ ਇੱਕ ਗੀਤ ਹੋਰ ਲਾ ਦੇ ਚੁੰਦਾ ਜਿਹਾ। ਗੁਰੂ ਦੇ ਸ਼ਬਦ ਦੀ ਵਿਚਾਰ ਚੱਲਦੀ ਹੋਵੇ ਭਲਾ, ਫਿਰ ਬੰਦਾ ਟਾਈਮ ਵੱਲੇ ਵੇਖਦਾ ਨਹੀਂ ਤਾਂ ਵੀ ਕਦੋਂ ਟਾਈਮ ਹੋਵੇ, ਕਦੋਂ ਟਾਈਮ ਹੋਵੇ।
मैं ना कई बार बेनती की आ करोना वर्गियां जिहड़ियां भयानक बीमारियां आईयां ना सानू बड़ा कुछ सिखा के गईयां। मैं एक दिन अगे भी बेनती की सी। बड़े लंबे समय तो असीं इस लैन विच आं ते कहना पई गुरुद्वारा साहिब आया करो, आपां बह के सत संगत करया करिए। तो साडा एक बहाना हुंदा सी भैणां बीबियां मातावां दा भी वेखो जी असीं बच्चे तैयार करने ने, स्कूले भेजने ने, रोटी पकाउणी है, बच्चों नूं छुट्टियां हो गईयां, स्कूल लगदे नहीं, सब कुछ काम बंद ठप हो गया, फिर भी साडे कोले गुरु की गोद में आण के बहन का समा है नहीं, सत संगत करन दा समा है नहीं। बड़ा कुछ सिखा के गए। माया सब फिक्की लगन लग पई। करोड़ां अरबां रुपया बंदा संभाली फिरदा है, पता नहीं मौत ने कदों आवाज आण मारनी है। पता लग गया कोई भी घटनावां साडे जीवन में जो वरतदियां ना गुरमुख प्यारिओ, वो सानू कुछ ना कुछ दे के जांदियां ने, ज्ञान दे के जांदियां ने। बंदा समझे ना समझे ये हुण इहदे हत्थ वस है, इहदी मर्जी है समझना कि नहीं समझना। उहदा नैटवर्क किस तरह का इन्हें उहदे तो ज्ञान लेना है। मोबाइल फोन है, माड़े प्रति भी लोग वरतते हैं तो उहदे चंगे गुण भी बहुत ने। हर एक चीज़ विच नैगेटिव पॉइंट भी होंदे ने ते पॉजिटिव पॉइंट भी होंदे ने, हर एक चीज़ विच। मेरे पातशाह जी सानू समझाउणा करदे ने, फिर कहंदे हमरे जी होर मुख होर होत है, हम कर्महीन कुड़ियारी। माड़े कर्म ने मेरे, झूठ दा वणजारा हाँ, मेरे मूँह ते कुछ होर है, अंदर कुछ होर है। विखावा कुछ होर है पर अंदर कुछ होर चक्की फिरदा हाँ। दुनिया ते बहुत ने ऐसे। हमरी मुंदर नाम हर स्वामी, हृदयंतर दुष्ट दुष्टारी। मुंदर का भाव अर्थ मोरला चिन्ह, विखावा, चेहरा मोहरा। मेरे अंदर की चल रहा है? हे हरि हे स्वामी, तेरे नाम साडा विखावा है। तेरा नाम जिहड़ा असीं जपदे आ ना, ये सिर्फ साडे वास्ते की है जी? विखावा। ये साडे वास्ते विखावा, तेरा नाम जपना। विकारे के तौर पर जपते हैं पर साडे हिरदे विच सदा मंदे ख्याल भरे रहिंदे ने। विखावे के तौर पर असीं तेरा नाम जपते हैं, वाहिगुरू वाहिगुरू, राम राम, अल्लाह खुदा गॉड जपते हैं, बाणियां पढ़ते हैं, सहज पाठ भी, पर अंदर ते ख्याल कुछ होर चलते हैं। अंदर भैड़े ख्याल चल रहे हैं। ज्यों पावे त्यों राखो स्वामी, जन नानक शरण तुम्हारी। हे सच्चे पातशाह, हुण तेरे चरणों दे विच मेरी अरदास बेनती है कि मैं तेरे शरण दे विच आ गया। जिस तरह तेनू चंगा लगदा मैनू उस तरह रख ला। ज्यों भावै त्यों राखो स्वामी, जन नानक शरण तुम्हारी। मालक के चरणों में आए हैं गुरमुख प्यारिओ। अरदास बेनती सच्चे पातशाह के चरणों में करियो। सच्चे पातशाह जी, असी तुहाडी शरण में आ गए हैं, तुहानू जिद्दां चंगा लगदा है तुसीं उसे तरह सानू रख लवो जी। ते ध्यान दिओ परमेश्वर नू किद्दां चंगा लगदा है। अज दा विषय तेरे अंदर कुछ होर चलदा है ते बाहर कुछ होर है, पर गुरु नू चंगा किवें लगदा? गुरु कहंदा नहीं, जो तेरे अंदर है वही तेरी जबान ते होना चाहिए। फिर गुरु नू असीं भा जावांगे, फिर गुरु नू असीं चंगे लगन लग जावांगे। आईयां संगतां दा तहे दिलों धन्नवाद। होईयां गलतियां दी खिमा।